ਕੀ ਲੱਗਦਾ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਫਿਰ ਹਲਕੇ ਦੇ ਲੋਕਾਂ ਦੀ ਜਿਹੜੀ ਕੋਈ ਨਾਰਾਜ਼ਗੀ ਹੀ ਦੂਰ ਹੋਈ ਜਾਂ ਨਹੀਂ ਹੋਈ? ਮੈਂ ਮਾਰਚ ਦੇ ਵਿੱਚ ਹਲਕੇ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ। ਕਾਫੀ ਲੋਕ ਇਹ ਕਹਿੰਦੇ ਸੀ ਜੀ ਕਿ ਹੁਣ ਕੀ ਫਾਇਦਾ ਆਉਣ ਦਾ, ਪਹਿਲਾਂ ਤਾਂ ਆਏ ਨਹੀਂ। ਕੋਈ ਸੱਜਣ ਸਾਡੇ ਇਹੋ ਜਿਹੇ ਵੀ ਆ ਜਿਨ੍ਹਾਂ ਤੱਕ ਅਸੀਂ ਹਲੇ ਸ਼ਾਇਦ ਪਹੁੰਚ ਨਾ ਕਰ ਪਾਏ ਹੋਈਏ। ਮੈਂ ਜੇ ਪਹਿਲੀ ਗੱਲ ਤੋਂ ਚਾਲੂ ਕਰਾਂ ਤੇ ਇਹਨਾਂ ਨੇ ਆਖਿਆ ਸੀਗਾ ਕਿ ਅਸੀਂ ਆਮ ਆਦਮੀ ਤੋਂ ਵੀ ਸਿੰਪਲ ਰਵਾਂਗੇ, ਜਦ ਕਿ ਜਿਹੜੇ ਇਹਨਾਂ ਦੇ ਮੰਤਰੀ, ਇਹਨਾਂ ਦਾ ਚੀਫ ਮਿਨਿਸਟਰ, ਇਹਨਾਂ ਦੇ MLA, ਉਹਨਾਂ ਦੇ ਨਾਜ਼ੋ ਨਖਰੇ ਜਿਹੜੇ ਆ ਉਹ ਪਹਿਲੀਆਂ ਸਰਕਾਰਾਂ ਨਾਲੋਂ ਵੀ ਵੱਧ ਗਏ। ਕੋਈ ਕਹਿੰਦਾ ਮੈਨੂੰ ਸਵਿਮਿੰਗ ਪੂਲ ਬਣਾ ਦਿਓ ਮੇਰੀ ਕੋਠੀ 'ਚ, ਤੇ ਕੋਈ ਕਹਿੰਦਾ LEDਆਂ ਲਵਾ ਦਿਓ, ਕੋਈ ਕਹਿੰਦਾ ਮੈਨੂੰ ਗਨਮੈਨ ਵੱਧ ਚਾਹੀਦੇ ਨੇ। ਔਰ ਉਹਨਾਂ ਗੱਲਾਂ ਦਾ ਇੱਕ ਹੀ ਨਤੀਜਾ ਨਿਕਲਦਾ ਮੇਰੇ ਮਨ ਦੇ ਵਿੱਚ, ਉਹ ਇਹ ਹੈ ਕਿ ਸ਼ਾਇਦ ਕਿਤੇ ਇਹਨਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਕਿ ਦੁਬਾਰਾ ਸਾਡਾ ਦਾਅ ਨਹੀਂ ਲੈ ਲੱਗਣਾ। ਜਿਹੜਾ ਲੇਟੈਸਟ ਆਪਾਂ ਨੂੰ ਜਿਹੜਾ ਦੇਖਣ ਨੂੰ ਮਿਲਿਆ ਕਿ 30,000 ਕਰੋੜ ਰੁਪਇਆ ਹੋਰ ਆਪਾਂ ਕਰਜ਼ਾ ਚੁੱਕ ਚੁੱਕੇ ਹਾਂ, ਜਦ ਕਿ ਕੇਜਰੀਵਾਲ ਇਹ ਕਹਿੰਦਾ ਸੀ ਕਿ ਮੇਰੇ ਕੋਲ ਜਿਹੜੇ 54-55,000 ਕਰੋੜ ਦੇ ਉਹ ਤਾਂ ਮੇਰੇ ਕੋਲ ਕੈਲਕੂਲੇਸ਼ਨ ਹੈ, ਮੇਰੀ ਜੇਬ 'ਚ ਹੈ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ, ਰੋਜ਼ਾਨਾ ਪ੍ਰਾਈਮ ਵੇਖ ਰਹੇ ਹੋ ਤੁਸੀਂ। ਦਲਜੀਤ ਸਿੰਘ ਦੇ ਨਾਲ ਮਾਝੇ ਦੀ ਧਰਤੀ ਜ਼ਿਲ੍ਹਾ ਤਰਨਤਾਰਨ ਤੋਂ ਅਤੇ ਤਰਨਤਾਰਨ ਦਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸਾਬਕਾ MLA ਸਰਦਾਰ ਰਮਨਜੀਤ ਸਿੰਘ ਸਿੱਕੀ ਸਾਡੇ ਨਾਲ ਬਣੇ ਨੇ। ਅੱਜ ਸਰਪੰਚਾਂ ਨਾਲ ਮੀਟਿੰਗ ਕਰਕੇ ਹਟੇ ਨੇ। ਕੀ ਉਸ ਮੀਟਿੰਗ ਦਾ ਏਜੰਡਾ ਸੀ ਤਾਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਿੱਕੀ ਸਾਹਿਬ ਸਾਡੇ ਨਾਲ ਨੇ। ਸਿੱਕੀ ਸਾਹਿਬ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ 'ਤੇ ਜੀ। ਮੈਂ ਰੋਜ਼ਾਨਾ ਪ੍ਰਾਈਮ ਨਿਊਜ਼ ਦੇ ਰਾਹੀਂ ਸਾਰੇ ਦਰਸ਼ਕਾਂ ਨੂੰ ਪਹਿਲਾਂ ਜੀ ਆਇਆਂ ਨੂੰ ਕਹਿਣਾ, ਸਤਿ ਸ੍ਰੀ ਅਕਾਲ ਬੁਲਾਉਣਾ। ਔਰ ਤੁਹਾਡਾ ਖਾਸ ਕਰਕੇ ਦਲਜੀਤ ਜੀ, ਤੁਹਾਡਾ ਮੈਂ ਬੜਾ ਧੰਨਵਾਦੀ ਹਾਂ ਕਿ ਤੁਸੀਂ ਹਮੇਸ਼ਾ ਸਾਨੂੰ ਇੱਕ ਸਿਆਸੀ ਨਜ਼ਰ ਨਾਲ ਨਹੀਂ ਦੇਖਦੇ। ਤੁਸੀਂ ਸਾਨੂੰ ਸਮੇਂ-ਸਮੇਂ 'ਤੇ ਗਾਈਡ ਕਰਦੇ ਰਹਿੰਦੇ ਹੋ ਔਰ ਸੱਚ ਦੇ ਨਾਲ ਤੁਸੀਂ ਸਾਨੂੰ ਵਾਕਫ ਕਰਾਉਂਦੇ ਰਹਿੰਦੇ ਹੋ। ਕੀ ਲੱਗਦਾ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਫਿਰ ਹਲਕੇ ਦੇ ਲੋਕਾਂ ਦੀ ਜਿਹੜੀ ਕੋਈ ਨਾਰਾਜ਼ਗੀ ਹੀ ਦੂਰ ਹੋਈ ਜਾਂ ਨਹੀਂ ਹੋਈ? ਮੈਂ ਤਾਂ ਸ਼ੁਰੂਆਤ ਹੀ ਇੱਥੋਂ ਕਰਨੀ ਚਾਹਾਂਗਾ ਜੀ। ਬਹੁਤ ਹੱਦ ਤੱਕ ਸਾਡੇ ਜਿਹੜੇ ਸੱਜਣ ਨੇ ਉਹ 9 ਮਹੀਨਿਆਂ ਦੀ ਕਾਰਗੁਜ਼ਾਰੀ ਜਿਹੜੀ ਹੈ ਸਾਡੀ ਕਾਂਗਰਸ ਪਾਰਟੀ ਦੀ, ਉਹਦੇ ਤੋਂ ਖੁਸ਼ ਨੇ। ਔਰ ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਹੈ, ਇਹ ਜਰਨੀ ਜਿਹੜੀ ਹੈ, ਇਹ ਕਈ ਪੜਾਵਾਂ 'ਤੇ ਆ ਕੇ ਰੁਕਣੀ ਹੈ। ਜਦੋਂ ਮੈਂ ਮਾਰਚ ਦੇ ਵਿੱਚ ਹਲਕੇ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ, ਕਾਫੀ ਲੋਕ ਇਹ ਕਹਿੰਦੇ ਸੀ ਜੀ ਕਿ ਹੁਣ ਕੀ ਫਾਇਦਾ ਆਉਣ ਦਾ, ਪਹਿਲਾਂ ਤਾਂ ਆਏ ਨਹੀਂ। ਫਿਰ ਹੌਲੀ ਹੌਲੀ ਉਹਨਾਂ ਦੇ ਮਨ ਬਦਲਦੇ ਗਏ ਅਤੇ ਉਹ ਆ ਗਏ ਕਿ ਵੇਖੀਏ ਕਿ ਕਿਤੇ ਇਹ ਵਿੱਚੋਂ ਮਿਸ ਹੋ ਜਾਂਦਾ ਕਿ ਲੱਗਾ ਹੀ ਰਹੂਗਾ। ਫਿਰ ਅਗਲਾ ਪੜਾਅ ਆ ਗਿਆ ਕਿ ਵਧੀਆ ਕਰ ਰਿਹਾ, ਵਧੀਆ ਆ ਰਿਹਾ ਜਾ ਰਿਹਾ। ਫਿਰ ਉਹ ਤੋਂ ਅਗਲਾ ਆ ਗਿਆ ਕਿ ਵੀ ਜੇ ਇੱਦਾਂ ਹੀ ਲੱਗਾ ਰਿਹਾ ਤਾਂ ਇਹ ਕਾਮਯਾਬ ਹੋ ਜਾਏਗਾ। ਫਿਰ ਉਹ ਤੋਂ ਅਗਲਾ ਆ ਗਿਆ ਕਿ ਹੁਣ ਮੇਰੇ ਜਿਹੜੇ ਸਾਰੇ ਮੋਹਤਵਾਰ ਨੇ ਉਹ ਮੈਨੂੰ ਇਹ ਕਹਿਣ ਲੱਗ ਪਿਆ ਕਿ ਭਾਜੀ ਤਕੜੇ ਹੋ ਜਾਓ ਕਿ ਆਪਣੀ ਗੱਲ ਬਣ ਜਾਣੀ ਹੈ। ਲੋਕ ਆਪਣੇ ਨਾਲ ਫਿਰ ਦੁਬਾਰਾ ਜੁੜਨ ਲੱਗ ਪਏ ਨੇ। ਪਰ ਮੈਂ ਅੱਜ ਵੀ ਮਹਿਸੂਸ ਕਰਦਾ ਕਿ ਜਿਹੜਾ ਆਉਣ ਵਾਲਾ ਸਮਾਂ ਹੈ, ਹਾਲੇ ਕੋਈ ਸੱਜਣ ਸਾਡੇ ਇਹੋ ਜਿਹੇ ਵੀ ਆ ਜਿਨ੍ਹਾਂ ਤੱਕ ਅਸੀਂ ਹਲੇ ਸ਼ਾਇਦ ਪਹੁੰਚ ਨਾ ਕਰ ਪਾਏ ਹੋਈਏ, ਅਤੇ ਉਹ ਹੌਲੀ ਹੌਲੀ ਇਹ ਹੋਰ ਕੁਛ ਥੋੜ੍ਹੇ ਦੇਰ ਸਮੇਂ ਦੇ ਵਿੱਚ ਇਹ ਪੜਾਅ ਜਿਹੜੇ ਬਾਕੀ ਦੇ ਉਹ ਆਪਾਂ ਕ੍ਰੋਸ ਕਰਾਂਗੇ। ਔਰ ਅੱਜ ਦੀ ਜਿਹੜੀ ਸਾਡੀ ਮੀਟਿੰਗ ਹੈ ਉਹਦੇ ਵਿੱਚੋਂ ਮੈਨੂੰ ਵੀ ਬੜਾ ਵੱਡਾ ਹੌਸਲਾ ਮਿਲਦਾ ਹੈ ਕਿ ਜਦੋਂ ਮੇਰੇ 132 ਪਿੰਡਾਂ ਦੇ ਵਿੱਚੋਂ ਜਿਹੜੇ ਮੋਹਤਵਾਰ ਹੈ ਉਹ ਆਉਂਦੇ ਨੇ, ਆ ਕੇ 2 ਦਿਨ ਪਹਿਲਾਂ ਹੀ ਉਹਨਾਂ ਨੂੰ ਦੱਸਿਆ ਜਾਂਦਾ ਹੈ ਔਰ ਸਾਰੇ ਇੱਥੇ ਪਹੁੰਚੇ। ਔਰ ਪਹੁੰਚਣ ਤੋਂ ਬਾਅਦ ਉਹ ਕਾਫੀ ਆਪਣਾ ਅੰਦਰੋਂ ਮੈਨੂੰ ਸੱਚਾਈ ਦੇ ਨਾਲ ਮੈਨੂੰ ਗਾਈਡ ਕਰਨ ਲਈ ਤਿਆਰ ਹੋਏ ਔਰ ਮੇਰੇ ਨਾਲ ਫਿਰ ਮੋਢੇ ਨਾਲ ਮੋਢਾ ਲਾ ਕੇ ਆਉਣ ਵਾਲੀ ਸੰਘਰਸ਼ ਜਿਹੜਾ ਹੈ ਉਹ ਵਿੱਢਣ ਲਈ ਤਿਆਰ ਹੋ ਗਏ। ਸਿੱਕੀ ਸਾਹਿਬ, ਮੌਜੂਦਾ ਸਰਕਾਰ ਦੀ ਕਾਰਜਕਾਰੀ ਜਿਹੜੀ ਹੁਣ ਤੱਕ ਦਾ ਜੋ ਕਾਰਜ ਹੈ ਕਿਸ ਤਰੀਕੇ ਨਾਲ ਵੇਖਦੇ? ਕਿਉਂਕਿ ਮੌਜੂਦਾ ਸਰਕਾਰ ਨੇ ਆਉਣ ਤੋਂ ਪਹਿਲਾਂ ਕਿਹਾ ਕਿਸੇ ਪ੍ਰਕਾਰ ਦਾ ਕੋਈ ਧਰਨਾ ਪ੍ਰਦਰਸ਼ਨ ਜਿਹੜਾ ਨਹੀਂ ਹੋਵੇਗਾ, ਲੇਕਿਨ ਲਗਾਤਾਰ ਇਹ ਵਧੇ ਹੈ, ਘਟੇ ਨਹੀਂ ਹੈ। ਮੌਜੂਦਾ ਸਰਕਾਰ ਹਰ ਗੱਲ ਆਪਣੀ ਕੀਤੀ ਦੇ ਉੱਤੋਂ ਫੇਲ ਹੋ ਗਈ ਜੀ। ਮੈਂ ਜੇ ਪਹਿਲੀ ਗੱਲ ਤੋਂ ਚਾਲੂ ਕਰਾਂ
ਤੇ ਇਹਨਾਂ ਨੇ ਆਖਿਆ ਸੀਗਾ ਕਿ ਅਸੀਂ ਆਮ ਆਦਮੀ ਤੋਂ ਵੀ ਸਿੰਪਲ ਰਵਾਂਗੇ, ਜਦ ਕਿ ਜਿਹੜੇ ਇਹਨਾਂ ਦੇ ਮੰਤਰੀ, ਇਹਨਾਂ ਦਾ ਚੀਫ ਮਿਨਿਸਟਰ, ਇਹਨਾਂ ਦੇ MLA, ਉਹਨਾਂ ਦੇ ਨਾਜ਼ੋ ਨਖਰੇ ਜਿਹੜੇ ਆ ਉਹ ਪਹਿਲੀਆਂ ਸਰਕਾਰਾਂ ਨਾਲੋਂ ਵੀ ਵੱਧ ਗਏ ਆ। ਕੋਈ ਕਹਿੰਦਾ ਮੈਨੂੰ ਸਵਿਮਿੰਗ ਪੂਲ ਬਣਾ ਦਿਓ ਮੇਰੀ ਕੋਠੀ 'ਚ, ਅਤੇ ਕੋਈ ਕਹਿੰਦਾ LEDਆਂ ਲਵਾ ਦਿਓ, ਕੋਈ ਕਹਿੰਦਾ ਮੈਨੂੰ ਗਨਮੈਨ ਵੱਧ ਚਾਹੀਦੇ ਨੇ। ਔਰ ਉਹਨਾਂ ਗੱਲਾਂ ਦਾ ਇੱਕ ਹੀ ਨਤੀਜਾ ਨਿਕਲਦਾ ਮੇਰੇ ਮਨ ਦੇ ਵਿੱਚ, ਉਹ ਇਹ ਹੈ ਕਿ ਸ਼ਾਇਦ ਕਿਤੇ ਇਹਨਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਕਿ ਦੁਬਾਰਾ ਸਾਡਾ ਦਾਅ ਨਹੀਂ ਲੈ ਲੱਗਣਾ, ਅਤੇ ਇਹ ਅਸੀਂ ਹੁਣੇ ਆਪਣੇ ਚਾਅ ਸਾਰੇ ਲਾ ਲਈਏ ਕਿ ਦੁਬਾਰਾ ਤਾਂ ਸਾਡੀ ਵਾਰੀ ਆਉਂਦੀ ਲੱਗਦੀ ਨਹੀਂ। ਔਰ ਅੱਜ ਦੇ ਜੋ ਹਾਲਾਤ ਬਣ ਗਏ ਆ, ਤੁਸੀਂ ਵੇਖੋ ਕਿ ਸਰਕਾਰ ਕੋਈ ਵੀ ਫੈਸਲਾ ਲੈ ਕੇ ਹਫ਼ਤੇ 10 ਦਿਨਾਂ 'ਚ ਉਸ ਫੈਸਲੇ ਤੋਂ ਪਿੱਛੇ ਆ ਜਾਂਦੀ ਆ, ਔਰ ਜਿਹੜੇ ਅਹਿਮ ਫੈਸਲੇ ਲੈਣ ਵਾਲੇ ਆ ਉਹ ਲੈ ਨਹੀਂ ਰਹੇ। ਮਾਈਨਿੰਗ ਦੇ ਉੱਤੇ ਕੋਈ ਪਾਲਿਸੀ ਨਹੀਂ ਬਣ ਰਹੀ, ਐਗਰੀਕਲਚਰ 'ਤੇ ਕੋਈ ਪਾਲਿਸੀ ਨਹੀਂ ਬਣ ਰਹੀ, ਕੋਈ ਵੀ ਐਕਸਾਈਜ਼ ਦੀ ਕੋਈ ਪਾਲਿਸੀ ਨਹੀਂ ਬਣ ਰਹੀ। ਉਹੀ ਪੁਰਾਣੀਆਂ ਗੱਲਾਂ ਨੂੰ ਆਪਾਂ ਕੈਰੀ ਫਾਰਵਰਡ ਕਰੀ ਜਾਂਦੇ ਹਾਂ। ਕਿਵੇਂ ਚੱਲੂਗਾ ਪੰਜਾਬ? ਔਰ ਜਿਹੜਾ ਲੇਟੈਸਟ ਆਪਾਂ ਨੂੰ ਜਿਹੜਾ ਦੇਖਣ ਨੂੰ ਮਿਲਿਆ ਕਿ 30,000 ਕਰੋੜ ਰੁਪਇਆ ਹੋਰ ਆਪਾਂ ਕਰਜ਼ਾ ਚੁੱਕ ਚੁੱਕੇ ਹਾਂ, ਜਦ ਕਿ ਕੇਜਰੀਵਾਲ ਇਹ ਕਹਿੰਦਾ ਸੀ ਕਿ ਮੇਰੇ ਕੋਲ ਜਿਹੜੇ 54-55,000 ਕਰੋੜ ਦੇ ਉਹ ਤਾਂ ਮੇਰੇ ਕੋਲ ਕੈਲਕੂਲੇਸ਼ਨ ਹੈ, ਮੇਰੀ ਜੇਬ 'ਚ ਹੈ, ਕਿ ਮੈਂ ਪਹਿਲਾਂ ਹੀ ਕੀਤੀਆਂ ਹੋਈਆਂ ਕਿ ਕਿੱਥੋਂ ਮੈਂ ਪੈਸੇ ਲਿਆਉਣੇ ਅਤੇ ਮੈਂ ਕਿੱਦਾਂ ਕਰਨਾ। ਔਰ ਪੰਜਾਬੀਆਂ ਨੇ ਕਦੀ ਇਹ ਨਹੀਂ ਸੀ ਸੋਚਿਆ ਕਿ 30,000 ਕਰੋੜ ਰੁਪਇਆ ਦਾ ਜਿਹੜਾ ਕਰਜ਼ਾ ਹੈ ਉਹ ਬਾਹਰਲੇ ਸੂਬਿਆਂ ਦੀਆਂ ਇਲੈਕਸ਼ਨਾਂ ਲੜਨ ਲਈ ਇਹਨਾਂ ਨੇ ਇੱਥੇ ਪੰਜਾਬ ਨੂੰ ਕਰਜ਼ਾਈ ਕੀਤਾ, ਔਰ ਉਹ ਪੈਸਾ ਜਿਹੜਾ ਬਾਹਰ ਲਿਜਾ ਕੇ ਉਹਨਾਂ ਸੂਬਿਆਂ ਦੇ ਵਿੱਚ ਇਹਨਾਂ ਨੇ ਉਸ ਆਪਣੀ ਇਲੈਕਸ਼ਨ ਨੂੰ ਫੰਡ ਕਰਨ ਲਈ ਉਹ ਇਸਤੇਮਾਲ ਕੀਤਾ। ਸਿੱਕੀ ਸਾਹਿਬ, ਤੁਹਾਡਾ 10 ਸਾਲ ਦਾ ਤਜਰਬਾ ਹੈ ਅਤੇ ਮੌਜੂਦਾ ਸਰਕਾਰ ਰੇਤੇ ਬਜਰੀ ਦੇ ਜਿਹੜੇ ਡੀਪੂ ਖੋਲ੍ਹਣ ਜਾ ਰਹੀ ਹੈ, 30,000 ਕਰੋੜ ਦਾ ਕਰਜ਼ਾ ਵੀ ਦੱਸਿਆ ਜਾ ਰਿਹਾ ਲੈ ਜਾ ਚੁੱਕਾ। ਇਸ ਦੇ ਨਾਲ ਲੋਕਾਂ ਨੂੰ ਕੀ ਲਾਭ ਹੋਵੇਗਾ? ਜਿਹੜੇ ਡੀਪੂ ਖੋਲ੍ਹਣ ਜਾ ਰਹੇ ਨੇ, ਇੱਕ ਨਵਾਂ ਐਲਾਨ ਮੁੱਖ ਮੰਤਰੀ ਸਾਹਿਬ ਨੇ ਕਰਤਾ ਦਿੱਤਾ, ਕੀ ਲੱਗਦਾ ਹੈ 10 ਸਾਲ ਦਾ ਤੁਹਾਡਾ ਤਜਰਬਾ ਹੈ, ਆਉਣ ਵਾਲੇ ਸਮੇਂ 'ਚ ਕਿੰਨਾ ਕੁ ਕਾਮਯਾਬ ਰਹੇਗਾ? ਜਿਵੇਂ ਸ਼ਰਾਬ ਦੀ ਪਾਲਿਸੀ ਸੀ, ਅਜੇ ਤੱਕ ਉਹ ਕਾਮਯਾਬ ਜਿਹੜੀ ਹੁੰਦੀ ਨਜ਼ਰ ਨਹੀਂ ਆਈ, ਇਹ ਲੋਕ ਕਹਿੰਦੇ ਆ। ਦੇਖੋ, ਸਾਰਿਆਂ ਨਾਲੋਂ ਪਹਿਲਾਂ ਤਾਂ ਮੈਨੂੰ ਇਹ ਆ ਕਿ ਜਿਨ੍ਹਾਂ ਬੰਦਿਆਂ ਨੇ ਇਹਨਾਂ ਨੂੰ ਗੁਜਰਾਤ 'ਚ ਫੰਡ ਕੀਤਾ ਹੋਊਗਾ, ਮਹਾਰਾਸ਼ਟਰ 'ਚ ਫੰਡ ਕੀਤਾ ਹੋਊਗਾ, ਜਾਂ ਦਿੱਲੀ ਪੰਜਾਬ ਵਾਸਤੇ ਫੰਡ ਕੀਤਾ ਹੋਊਗਾ ਜਦੋਂ ਇਹਨਾਂ ਨੇ 22 ਦੀ ਇਲੈਕਸ਼ਨ ਲੜੀ ਹੈ, ਇਹਨਾਂ ਨੇ ਉਹਨਾਂ ਨੂੰ ਅਕੋਮੋਡੇਟ ਕਰਨਾ ਹੈ। ਇਹ ਚਾਹੁੰਦੇ ਆ ਕਿ ਆਪਾਂ ਇਹੋ ਜਿਹੇ ਦਾਇਰੇ ਤਿਆਰ ਕਰ ਦਈਏ ਜਿੱਥੇ ਉਹ ਠੇਕੇ, ਉਹ ਟੈਂਡਰ ਉਹਨਾਂ ਲੋਕਾਂ ਨੂੰ ਮਿਲ ਜਾਣ, ਔਰ ਉਹ ਲੋਕ ਜਿੰਨੇ ਪੈਸੇ ਉਹਨਾਂ ਨੇ ਸਾਨੂੰ ਦਿੱਤੇ ਆ ਉਹ ਕਮਾਈ ਕਰਨ ਅਤੇ ਸਾਨੂੰ ਹੋਰ ਵੀ ਗਾਂਹ ਅੱਗੇ ਦਿੰਦੇ ਰਹਿਣ। ਇਹ ਟੈਂਡਰ ਜਿਹੜੇ ਆ ਇਕੱਲੇ ਇਹ ਨਹੀਂ ਕਿ ਰੇਤਾ ਦੇ ਡਿਪੂ ਹੈ, ਇਹ ਸ਼ਰਾਬ ਦੇ ਜਿਹੜੇ ਦੁਕਾਨਾਂ ਹੈ ਉਹ ਵੀ ਉਹਨਾਂ ਨੂੰ ਦਿੱਤੀਆਂ ਜਾਣਗੀਆਂ। ਇਹ ਪਿੱਛੇ ਜਿਹੇ ਮੈਂ ਸੁਣਿਆ ਸੀ ਕਿ ਰਾਸ਼ਨ ਵੰਡਣਾ ਹੈ, ਉਹਦੇ ਠੇਕੇ ਵੀ ਉਹਨਾਂ ਨੂੰ ਦਿੱਤੇ ਜਾਣਗੇ। ਰੇਤਾ ਦੇ, ਬਜਰੀ ਦੇ, ਦੇਖੋ ਜਿੱਥੇ ਮੈਂ ਰੇਤਾ ਦੀ ਗੱਲ ਕਰਦਾ, ਰੇਤਾ ਇੱਕ ਚੀਜ਼ ਹੈ ਜਿਹਦੀ ਡਿਮਾਂਡ ਐਂਡ ਸਪਲਾਈ ਦੀ ਜਿੰਨੀ ਦੇਰ ਤੱਕ ਰੇਸ਼ੋ ਨਹੀਂ ਮਿਲਦੀ, ਤੁਸੀਂ ਡੀਪੂ ਖੋਲ੍ਹ ਲਓ, ਕੁਛ ਵੀ ਕਰ ਲਓ, ਉਹਦੀ ਕਾਲਾ ਬਾਜ਼ਾਰੀ ਤੁਸੀਂ ਰੋਕ ਨਹੀਂ ਸਕਦੇ। ਸ਼ਰਾਬ ਜਿੰਨੇ ਪੀਣ ਵਾਲੇ ਆ, ਜਿੰਨੀ ਸਪਲਾਈ ਆ, ਜੇ ਉਹ ਨਹੀਂ ਰਲਦੀ ਅਤੇ ਉਹਦੇ ਤੁਸੀਂ 2 ਨੰਬਰ ਦੀ ਜਿਹੜੀ ਆ ਸ਼ਰਾਬ ਆ ਉਹ ਹਲਕਿਆਂ ਦੇ ਵਿੱਚ ਆ ਕੇ, ਉਹ ਜ਼ਿਲ੍ਹਿਆਂ 'ਚ ਆ ਕੇ ਵਿਕਣੀ ਸ਼ੁਰੂ ਹੋ ਜਾਏਗੀ। ਇੱਦਾਂ ਹੀ ਰੇਤਾ ਹੋਊਗੀ ਕਿ ਤੁਸੀਂ ਡੀਪੂ 'ਤੇ ਰੱਖ ਦਿਓਗੇ, ਪਰ ਤੁਸੀਂ ਪਿੱਛੋਂ ਤੁਹਾਡੇ ਕੋਲ ਕੀ ਉਨੀਆਂ ਖੱਡਾਂ ਹੈਗੀਆਂ ਜਿਹੜੀਆਂ ਉਹ ਸਪਲਾਈ ਕਰ ਦੇਣਗੀਆਂ ਜਿੰਨੀ ਡਿਮਾਂਡ ਹੈ। ਅਤੇ ਜੇ ਉਹ ਡਿਮਾਂਡ ਜ਼ਿਆਦਾ ਹੈ ਤਾਂ ਲੋਕਾਂ ਕਿਤੇ ਹੋਰ ਜਾ ਕੇ 2 ਨੰਬਰ 'ਚ ਲੈ ਕੇ ਆਉਣੀਆਂ, ਮਹਿੰਗੀਆਂ ਲੈ ਕੇ ਆਉਣੀਆਂ। ਸੋ ਪਹਿਲਾਂ ਡਿਮਾਂਡ ਸਪਲਾਈ ਦੀ ਰੇਸ਼ੋ ਨੂੰ ਠੀਕ ਕਰਨਾ ਪਊਗਾ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਜਿਹੜਾ ਹੈ ਉਹ ਹਰ ਦਿਨ ਲੁੱਟਿਆ ਜਾ ਰਿਹਾ। ਔਰ ਕਹਿਣਾ ਨਹੀਂ ਚਾਹੀਦਾ ਕਿ ਪਹਿਲਾਂ ਤਾਂ ਕੋਈ ਹੋਰ ਸੀਗੇ, ਕੋਈ ਚਲੋ ਜੱਟ ਹੋਣਗੇ ਜਾਂ ਕੋਈ, ਹੁਣ ਬਾਣੀਏ ਦੇ ਹੱਥ ਜਿਹੜੀ ਸਰਕਾਰ ਹੈ ਨਾ ਜੀ, ਉਹਨੇ ਤਾਂ ਲੁੱਟ ਕੇ ਅਤੇ ਇਹਨੂੰ ਖ਼ਤਮ ਕਰ ਦੇਣਾ। ਵਪਾਰੀ ਕਦੀ ਵੀ ਕਾਮਯਾਬ ਨਹੀਂ ਹੁੰਦਾ ਜੇ ਉਹ ਕਿਸੇ ਵੀ ਸੂਬੇ ਦਾ ਪ੍ਰਮੁੱਖ ਬੰਦਾ ਹੋਵੇ। ਸਿੱਕੀ ਸਾਹਿਬ ਦੱਸ ਸਕਦੇ ਕਾਂਗਰਸ ਪਾਰਟੀ ਕੋ ਪਿਛਲੇ ਸਮੇਂ ਦੇ ਵਿੱਚ ਕਿੱਥੇ ਕਿੱਥੇ ਗਲਤੀਆਂ ਹੋਈਆਂ, ਕਿਉਂਕਿ ਚੰਗੇ ਆਗੂਆਂ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ। ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਜਿਹੜੇ ਆ ਹੁਣ ਲੋਕ ਕਾਂਗਰਸ ਪਾਰਟੀ ਦੇ ਨਾਲ ਜੁੜਨਗੇ ਜੀ? ਕਾਂਗਰਸ ਪਾਰਟੀ ਦੇ ਵਿੱਚ 2-3 ਗੱਲਾਂ ਤੇ ਅਸੀਂ ਪੂਰੀ ਜਿਹੜੀ ਆ ਨਹੀਂ ਕਰ ਪਾਏ। ਇੱਕ ਬਾਈਬਲ ਕਲਾਂ ਦਾ ਜਿਹੜਾ ਗੁਰੂ ਮਹਾਰਾਜ ਦੀ ਬੇਅਦਬੀ ਦੀ ਜਿਹੜੀ ਗੱਲ ਹੈ ਉਹ ਅਸੀਂ ਬਣਾ ਲਏ, ਸਿੱਟਾਂ ਬਣਾ ਲਈਆਂ। ਅਸੀਂ ਉਹਦੇ ਵਿੱਚ
ਰਿਟਾਇਰਡ ਜੱਜਸ ਤੋਂ ਇਨਕੁਆਇਰੀਆਂ ਕਰਾ ਲਈਆਂ, ਪਰ ਉਹ ਸਾਰਾ ਜਿਹੜਾ ਸਿੱਟਾ ਰਿਪੋਰਟ ਦੇ ਉੱਤੇ ਕੋਈ ਕਾਰਵਾਈ ਅੱਗੇ ਅਸੀਂ ਨਹੀਂ ਤੋਰ ਪਾਏ। ਅਸੀਂ ਟਾਈਮ ਵੇਸਟ ਬਹੁਤ ਕਰ ਲਿਆ। ਹਾਈ ਕੋਰਟ ਦੀ ਇੰਟਰਫੇਰੈਂਸ ਹੋ ਗਈ, ਕੇਸ CBI ਕੋ ਸੀਗਾ, ਉਹਨੂੰ ਵਾਪਸ ਲਿਆਉਣ ਦੇ ਵਿੱਚ ਟਾਈਮ ਬਹੁਤ ਲਾ ਲਿਆ। ਸੋ ਕਿਤੇ ਨਾ ਕਿਤੇ ਅਸੀਂ ਉੱਥੇ ਮਾਰ ਖਾਧੀ ਆ। ਲੋਕਾਂ ਨੇ ਉਸ ਗੱਲ ਨੂੰ, ਸਾਡੀ ਜਿਹੜੀ ਤੁਰੰਤ ਜਿਹੜਾ ਫੈਸਲਾ ਨਹੀਂ ਕਰ ਪਾਏ, ਉਹਦਾ ਵੀ ਸਾਡੇ 'ਤੇ ਲੋਕਾਂ ਨੇ ਰੋਸ ਦਿੱਤਾ ਹੈ। ਫਿਰ ਅਸੀਂ ਨਸ਼ੇ ਦੇ ਵਿੱਚ ਵੀ ਕਾਫੀ ਹੱਦ ਤੱਕ ਮੈਨੂੰ ਇਹ ਆ ਕਿ ਚਲੋ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਦਾ ਤਾਂ ਮੇਰਾ ਇੰਨਾ ਕਹਿਣਾ ਕਿ ਮੈਂ ਨਸ਼ੇ ਵੇਚਣ ਵਾਲੇ ਦੀ ਜਾਂ ਪੀਣ ਵਾਲੇ ਦੀ ਕਦੀ ਮਦਦ ਨਹੀਂ ਕੀਤੀ। ਸ਼ਾਇਦ ਇਹ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਹੋਰ ਵੀ ਯਤਨ ਲੈਣੇ ਪੈਣਗੇ, ਜਿਹਦੇ ਵਿੱਚ ਨਸ਼ੇ ਦੀ ਜੜ੍ਹ ਨੂੰ ਪੱਟਣ ਵਾਸਤੇ ਕੋਈ ਨਾ ਕੋਈ ਉਪਰਾਲੇ ਸਾਨੂੰ ਹੋਰ ਕਰਨੇ ਪੈਣਗੇ। ਪ੍ਰਸ਼ਾਸਨ, ਕਈ ਵਾਰੀ ਸੁਣਦੇ ਹਾਂ ਕਿ ਵੀ ਸਿਆਸੀ ਬੰਦੇ ਅਤੇ ਪ੍ਰਸ਼ਾਸਨ ਰਲ ਕੇ ਗਲਤ ਕੰਮ ਉਹ ਅੰਜਾਮ ਤਾਂ ਹੀ ਹੋ ਸਕਦਾ ਜੇ ਦੋਨੋਂ ਜਾਣੇ ਰਲਦੇ ਆ ਤਾਂ। ਅਤੇ ਸ਼ਾਇਦ ਹੋ ਸਕਦਾ ਇਹਨਾਂ ਗੱਲਾਂ ਦੇ ਉੱਤੇ ਵੀ ਕਿਤੇ ਕਾਂਗਰਸ ਪਾਰਟੀ ਜਿਹੜੀ ਆ ਉਹ ਕਮਜ਼ੋਰ ਰਹਿ ਗਈ ਹੋਵੇ ਔਰ ਲੋਕਾਂ ਨੇ ਉਸ ਗੱਲ ਦਾ ਗੁੱਸਾ ਮਹਿਸੂਸ ਕੀਤਾ ਹੋਵੇ। ਲਾ ਐਂਡ ਆਰਡਰ ਦੀ ਸਥਿਤੀ ਨੂੰ, ਮੌਜੂਦਾ ਹਾਲਾਤਾਂ ਨੂੰ ਕਿਸ ਤਰੀਕੇ ਨਾਲ ਵੇਖਦੇ? ਪੰਜਾਬ ਦੇ ਵਿੱਚ ਫਰੌਤੀਆਂ ਮੰਗੀਆਂ ਜਾ ਰਹੀਆਂ ਨੇ, ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਹੋ ਰਹੇ ਨੇ, ਕਿਸ ਤਰੀਕੇ ਨਾਲ ਵੇਖਦੇ ਜੀ? ਬੜਾ ਡਰ ਲੱਗਦਾ ਹੈ ਜੀ ਇਸ ਗੱਲ ਨੂੰ ਸੋਚਦਿਆਂ ਹੋਇਆਂ, ਪਰ ਨਾਲ ਨਾਲ ਇਹ ਵੀ ਸੋਚਦੇ ਹਾਂ ਕਿ ਜੇ ਡਰ ਗਏ ਤਾਂ ਫਿਰ ਪੰਜਾਬ ਹੀ ਡੁੱਬ ਜਾਏਗਾ ਅਤੇ ਆਪਾਂ ਨੂੰ ਖੜ੍ਹੇ ਵੀ ਹੋਣਾ ਪੈਣਾ, ਮਜ਼ਬੂਤੀ ਵੀ ਦਿਖਾਉਣੀ ਪੈਣੀ ਆ। ਹੁਣ ਲਾ ਐਂਡ ਆਰਡਰ ਦੀ ਗੱਲ, ਸਾਡਾ ਕਲੀਗ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੇ ਇਲੈਕਸ਼ਨ ਲੜੀ, ਮੂਸੇਵਾਲਾ ਸਾਹਿਬ, ਜਿਨ੍ਹਾਂ ਦੇ ਬਾਰੇ ਆਪਾਂ ਦੇਖਿਆ ਕਿ ਕੀ ਹੋਇਆ ਉਹਨਾਂ, ਔਰ ਜਿੱਦਾਂ ਰੋਜ਼ ਦੀ ਰੋਜ਼ ਜਦੋਂ ਪਰਤਾਂ ਖੁੱਲ੍ਹਦੀਆਂ ਨੇ ਅਤੇ ਕਿੱਥੇ ਕਿੰਨੀ ਡੀਪ ਰੂਟਡ ਕੰਸਪੇਰਸੀਜ਼ ਜਿਹੜੀਆਂ ਉਹਨਾਂ ਦੇ ਘਰ ਦੇ ਵਿੱਚ ਹੀ ਰਹਿਕੀਆਂ ਹੁੰਦੀਆਂ ਸੀਗੀਆਂ। ਕਿਸੇ ਨਾ ਕਿਤੇ ਜਾ ਕੇ ਤੁਹਾਨੂੰ ਸਰਕਾਰ ਨੂੰ ਇਹਦਾ ਇਹ ਕਬੂਲਣਾ ਪਊਗਾ ਕਿ ਇਹ ਸਰਕਾਰ ਦੀ ਨਲਾਇਕੀ ਰਹਿ ਗਈ। ਅੱਛਾ, ਉਹਦੇ ਤੋਂ ਬਾਅਦ ਹੁਣ ਅੱਗੇ ਤਾਂ ਕਿਤੇ ਕੋਈ ਬਿਰਲਾ ਵਾਂਝਾ ਹੁੰਦਾ ਸੀਗਾ ਜੀ, ਕਿਸੇ ਨੂੰ ਕੋਈ ਫੋਨ ਆਇਆ ਜਾਂ ਕੋਈ ਸੁਨੇਹਾ ਆਇਆ ਪੈਸੇ ਫਰੌਤੀਆਂ ਵਾਸਤੇ। ਅੱਜ ਪਿੰਡਾਂ ਦੇ ਵਿੱਚ, ਮਤਲਬ ਸ਼ਹਿਰਾਂ ਦੇ ਵਿੱਚ ਜਿਹੜੇ ਬਿਜ਼ਨਸਮੈਨ ਹੋਣਗੇ ਉਹ ਵਿਚਾਰੇ ਚੁੱਪ ਚਪੀਤੇ ਦੇ ਆਉਂਦੇ ਹੋਣਗੇ, ਨਹੀਂ ਬੋਲਦੇ, ਪਰ ਪਿੰਡਾਂ ਦੇ ਵਿੱਚ ਅੱਜ ਇਹ ਹਾਲਾਤ ਬਣ ਗਏ ਆ ਕਿ ਜਿਹੜਾ ਕੋਈ ਮਾੜਾ ਮੋਟਾ ਰੋਟੀ ਖਾਂਦਾ, ਜਿਹਦੇ ਕੋਈ ਪਰਿਵਾਰ ਬਾਹਰ ਗਿਆ ਹੋਇਆ ਜਾਂ ਕੋਈ ਹੋਰ ਹੈ, ਉਹਨਾਂ ਨੂੰ ਵੀ ਫਰੌਤੀਆਂ ਦੇ ਫੋਨ ਆਉਣ ਲੱਗ ਪਏ ਆ ਔਰ ਕਿਹਾ ਜਾ ਰਿਹਾ ਕਿ ਵੀ ਇਹ ਤੁਹਾਡੇ ਲਈ ਨੁਕਸਾਨਦਾਈ ਸਾਬਤ ਹੋਏਗਾ ਜੇ ਤੁਸੀਂ ਇਹ ਪੈਸੇ ਨਹੀਂ ਦਿਓਗੇ ਤਾਂ। ਸਿੱਕੀ ਸਾਹਿਬ, ਅੱਜ ਸਰਪੰਚਾਂ ਦੇ ਨਾਲ ਮੀਟਿੰਗ ਹੋਈ ਹੈ ਔਰ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਲੈ ਕੇ ਪੰਜਾਬ ਆ ਰਹੇ ਨੇ। ਕਿਸ ਤਰੀਕੇ ਦੀ ਅਪੀਲ ਹਲਕੇ ਦੇ ਲੋਕਾਂ ਨੂੰ, ਕਾਂਗਰਸੀ ਵਰਕਰਾਂ ਨੂੰ ਚੈਨਲ ਦੇ ਮਾਧਿਅਮ ਰਾਹੀਂ? ਮੈਂ ਆਪ ਜੀ ਦੇ ਚੈਨਲ ਨਾਲ ਰੋਜ਼ਾਨਾ ਪ੍ਰਾਈਮ ਨਿਊਜ਼ ਦੇ ਰਾਹੀਂ ਇਹ ਜ਼ਰੂਰ ਕਹਿਣਾ, ਫ਼ਖਰ ਮਹਿਸੂਸ ਕਰਦਾ ਹੈ ਕਿ ਰਾਹੁਲ ਗਾਂਧੀ ਜੀ ਨੇ ਹਿੰਦੁਸਤਾਨ ਦੇ ਵਿੱਚ ਇੱਕ ਨਵੀਂ ਲਹਿਰ ਪੈਦਾ ਕੀਤੀ ਹੈ ਔਰ ਮੈਂ ਨਹੀਂ ਕੋਈ ਇਹੋ ਜਿਹਾ ਵੱਡਾ ਲੀਡਰ ਵੇਖਿਆ ਅੱਜ ਤੱਕ ਜਿਹਨੇ ਇੱਡਾ ਵੱਡਾ ਉੱਦਮ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਪੂਰੇ ਹਿੰਦੁਸਤਾਨ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਦੋਨੋਂ ਡਾਇਰੈਕਸ਼ਨਸ, ਈਸਟ ਵੈਸਟ ਐਂਡ ਨਾਰਥ ਸਾਊਥ, ਉਹ ਗਏ ਹੋਣ। ਔਰ ਅੱਜ ਜਦੋਂ ਅਸੀਂ ਫੇਸਬੁੱਕ 'ਤੇ ਦੇਖਦੇ ਹਾਂ, ਅੱਜ ਅਸੀਂ ਸੋਸ਼ਲ ਮੀਡੀਆ ਦੇ ਹਰ ਚੈਨਲਸ 'ਤੇ ਦੇਖਦੇ ਹਾਂ, ਅਤੇ ਇਹ ਮਹਿਸੂਸ ਹੁੰਦਾ ਕਿ ਲੋਕ ਹੁਣ ਘਰਾਂ ਤੋਂ ਬਾਹਰ ਉਹਨਾਂ ਦੇ ਨਾਲ ਤੁਰ ਗਏ। ਅੱਜ ਜਿਵੇਂ ਉਹਨਾਂ ਨੇ ਉਹ ਗੱਲ ਕਹੀ ਕਿ ਮੈਂ ਇੱਕ ਮਾੜੇ ਸਮੇਂ ਦੇ ਵਿੱਚ ਇੱਕ ਉਮੀਦ ਦੀ ਬੀਜ ਬੋ ਚੱਲਿਆ ਕਿ ਜਿਹੜਾ ਕਿ ਕੱਲ੍ਹ ਨੂੰ ਉਸ ਬੀਜ ਦੇ ਸਹਾਰੇ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਸਾਡੇ ਆਉਣ ਵਾਲੇ ਬੱਚੇ ਨੇ, ਜਨਰੇਸ਼ਨਸ, ਉਹ ਆਉਣ ਵਾਲਾ ਚੰਗਾ ਸਮਾਂ ਦੇਖ ਸਕਣ। ਔਰ ਉਹਨੂੰ ਹੁੰਗਾਰਾ ਦਿੰਦਿਆਂ ਅੱਜ ਪੰਜਾਬ ਦੇ ਵਿੱਚ ਜਨਵਰੀ 'ਚ ਆਉਣਾ ਹੈ ਔਰ ਮੈਨੂੰ ਲੱਗਦਾ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਤਾਂ ਬਹੁਤ ਵੱਡਾ ਹੁੰਗਾਰਾ ਸਾਡੇ ਖਡੂਰ ਸਾਹਿਬ ਹਲਕੇ 'ਚ ਮਿਲੇਗਾ। ਅਸੀਂ ਬਹੁਤ ਵੱਡੀ ਗਿਣਤੀ ਨਾਲ ਉੱਥੇ ਜਾ ਕੇ ਉਹਨਾਂ ਦਾ ਸਵਾਗਤ ਕਰਾਂਗੇ। ਸਿੱਕੀ ਸਾਹਿਬ, ਇੱਕ ਸਵਾਲ ਇਹ ਵੀ ਕਰਨਾ ਚਾਹਾਂਗੇ ਕਿ ਪਿਛਲੇ ਦਿਨੀ ਮੌਜੂਦਾ ਸਰਕਾਰ ਵੱਲੋਂ ਸਿਮਰਨਜੋਤ ਸਿੰਘ ਮੱਕੜ, ਜੋ ਕਿ ਔਨ ਏਅਰ ਚੈਨਲ ਦੇ ਮਾਲਕ ਨੇ, ਉਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ। ਕੀ ਗੱਲ ਕਿ ਜਿਹੜੀ ਲੋਕਾਂ ਦੀ ਅਤੇ ਬੱਚਿਆਂ ਦੀ ਆਵਾਜ਼ ਨੂੰ ਚੁੱਕਣਾ ਕੋਈ ਗੁਨਾਹ ਹੈ? ਕਿਸ ਤਰੀਕੇ ਦੇ ਨਾਲ ਬਹੁਤ ਸਾਰੇ ਫਿਰ ਆਮ ਆਦਮੀ ਪਾਰਟੀ ਦੇ ਮੰਤਰੀ ਜਿਹੜੇ ਨੇ ਉਹ ਆਫ ਕੈਮਰਾ ਕਹਿ ਰਹੇ ਨੇ ਕਿ ਇਹ ਧੱਕਾ ਹੋਇਆ ਹੈ। ਕਿਸ ਤਰੀਕੇ ਨਾਲ ਵੇਖਦੇ ਜੇ ਮੌਜੂਦਾ ਸਰਕਾਰ ਵੱਲੋਂ ਇੱਕ ਪੱਤਰਕਾਰ 'ਤੇ ਪਰਚਾ ਕਰ ਦੇਣਾ?
ਬਹੁਤ ਸ਼ਰਮਨਾਕ ਇਹ ਗੱਲ ਹੈ ਜੀ। ਮੇਰਾ ਖਿਆਲ ਹੈ ਕਿ ਹੁਣ ਇਹਨਾਂ ਦੇ ਗਲਤੀਆਂ ਦਾ ਪਟਾਰਾ ਇੰਨਾ ਕੁ ਭਰੀ ਜਾਂਦਾ ਹੈ ਕਿ ਜਿਹੜਾ ਵੀ ਇਹਨਾਂ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਦੇ ਵਿੱਚ ਹੋਏਗਾ, ਜਿਹੜਾ ਵੀ ਕੋਈ ਸੱਚ ਨੂੰ ਸਾਹਮਣੇ ਲੋਕਾਂ ਦੇ ਲਿਆਉਣ ਦੀ ਕੋਸ਼ਿਸ਼ 'ਚ ਹੋਏਗਾ, ਉਹਦਾ ਗਲਾ ਨੱਪਣਾ ਹੈ, ਕਿਸੇ ਤਰੀਕੇ ਨਾਲ ਵੀ ਨੱਪਿਆ ਜਾਏਗਾ। ਮੈਂ ਬਾਰ-ਬਾਰ ਕਹਿੰਦਾ ਜੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬੀਜੇਪੀ ਦੀ ਬੀ ਟੀਮ ਹੈ। ਇਹ ਟੈਕਟਿਕਸ ਇਹਨਾਂ ਦੇ ਸਾਰੇ ਉਹੀ ਨੇ ਜੋ ਉੱਥੇ ਬੀਜੇਪੀ ਦੀ ਮੋਦੀ ਦੇ ਅਤੇ ਅਮਿਤ ਸ਼ਾਹ ਦੇ ਆ। ਉਹਨਾਂ ਨੇ ਸਾਰੇ ਨੈਸ਼ਨਲ ਲੈਵਲ ਦੇ ਜਿਹੜੇ ਮੀਡੀਆ ਹਾਊਸਿਸ ਆ ਉਹਨਾਂ ਨੂੰ ਥ੍ਰੈਟਨ ਕਰਕੇ ਰੱਖਿਆ। ਇਹ ਹੁਣ ਆਮ ਆਦਮੀ ਪਾਰਟੀ ਇੱਕ ਗੱਲ ਜਿਹੜੀ ਹੈ ਉਹ ਇੱਥੇ ਭੁੱਲ ਗਈ ਕਿ ਪੰਜਾਬ ਹੈ, ਇਹ ਰੈਸਟ ਆਫ ਇੰਡੀਆ ਨਹੀਂ ਗਾ, ਇਹ ਪੰਜਾਬ ਹੈ। ਇੱਥੇ ਇਹੋ ਜਿਹੇ ਲੋਕ ਨੇ ਵਸਦੇ ਜਿਨ੍ਹਾਂ ਨੂੰ ਤੁਸੀਂ ਨੱਪੋਗੇ ਨਾ, ਉਹ ਦੁੱਗਣੇ ਤਿਗਣੇ ਹੋ ਕੇ ਤੁਹਾਡੇ ਵੱਲ ਨੂੰ ਆਉਣਗੇ। ਔਰ ਇੰਨਾ ਕੁ ਸ਼ਰਮਨਾਕ ਇਹ ਹਰਕਤ ਹੈ। ਔਰ ਮੈਂ ਪਹਿਲਾਂ ਵੀ ਕਹਿੰਦਾ ਸੀਗਾ ਕਿ ਤੁਸੀਂ ਦੇਖੋ ਕਿ ਅਜੀਤ ਅਖਬਾਰ ਨੂੰ ਕਹਿਤਾ ਕਿ ਤੁਹਾਨੂੰ ਕੋਈ ਵੀ ਸਾਡਾ ਸਰਕਾਰ ਵੱਲੋਂ ਕੋਈ ਫੰਡ ਨਹੀਂ ਆਏਗਾ ਕਿਉਂਕਿ ਤੁਸੀਂ ਸਾਡੇ ਖਿਲਾਫ ਲਿਖਦੇ ਹੋ। ਹੁਣ ਇੰਨੀ ਐਰੋਗੈਂਟ ਸਰਕਾਰ ਹੋ ਗਈ ਕਿ ਸੁਣ ਕੇ ਤਿਆਰ ਨਹੀਂ। ਅੱਜ ਮੇਰੇ ਸਰਪੰਚ ਸਾਰੇ ਆਏ ਆ ਔਰ ਉਹਨਾਂ ਨੇ ਮੇਰੇ ਖਿਲਾਫ ਤੁਹਾਡੇ ਸਾਹਮਣੇ ਕਈ ਗੱਲਾਂ ਕੀਤੀਆਂ ਨੇ, ਔਰ ਮੈਂ ਜੇ ਉਹਨਾਂ ਦੀ ਗੱਲ ਨਹੀਂ ਸੁਣ ਸਕਦਾ ਫਿਰ ਮੈਨੂੰ ਲੀਡਰ ਹੋਣ ਦਾ ਕੋਈ ਹੱਕ ਨਹੀਂ। ਔਰ ਤੁਸੀਂ ਆਮ ਆਦਮੀ ਪਾਰਟੀ ਹੈ, ਘੱਟ ਸੇ ਘੱਟ ਆਪਣੀ ਪਾਰਟੀ ਦੇ ਨਾਂ ਨੂੰ ਤੱਕ ਜਸਟੀਫਾਈ ਕਰੋ। ਆਮ ਆਦਮੀ ਪਾਰਟੀ ਆਮ ਇਨਸਾਨ ਵਾਂਗੂ ਸੁਣਨ ਦੀ ਸ਼ਮਤਾ ਤਾਂ ਰੱਖੋ। ਜੇ ਗਲਤੀ ਹੋ ਗਈ ਤੁਹਾਡੇ ਤੋਂ ਤਾਂ ਤੁਸੀਂ ਉਹਨੂੰ ਮੰਨੋ ਤਾਂ ਸਹੀ। ਇਹ ਥੋੜ੍ਹਾ ਹੈ ਕਿ ਤੁਸੀਂ ਪਰਚੇ ਕਰ ਦਿਓ, ਕਿਸੇ ਮੀਡੀਆ ਓਨਰ 'ਤੇ ਕਰ ਦਿਓ, ਕਿਸੇ ਪੱਤਰਕਾਰ 'ਤੇ ਕਰ ਦਿਓ, ਕਿ ਥੱਲਿਓਂ ਕਿਸੇ ਦਾ ਹੁਣ ਮੈਂ ਸੁਣਿਆ ਕਿ ਜਿਹੜਾ ਧਰਨਾ ਲੱਗਾ ਇੱਥੇ ਆਪਣੇ ਜੀਰੇ ਦੇ, ਉਹਦੇ ਵਿੱਚ ਜਿਹੜੇ ਉਹ ਬੰਦੇ ਸ਼ਾਰਟ ਲਿਸਟ ਕਰੀ ਜਾਂਦੇ ਆ ਕਿ ਇਹਨਾਂ ਨੂੰ ਅਸੀਂ ਕਿੱਦਾਂ ਇਹਨਾਂ 'ਤੇ ਕਿਹੜੇ ਪਰਚੇ ਕਰਕੇ ਅਤੇ ਕਿੱਦਾਂ ਇਹਨਾਂ ਨੂੰ ਭਜਾਉਣਾ ਹੈ, ਆਪਣੇ ਨਾਲ ਜੋੜਨਾ ਹੈ। ਕੁਛ ਦਿਨ ਪਹਿਲਾਂ ਭਗਵੰਤ ਮਾਨ ਦੇ ਘਰ ਦੇ ਬਾਹਰ ਉਹ ਮਜ਼ਦੂਰ ਯੂਨੀਅਨਾਂ ਬੈਠੀਆਂ ਸੀਗੀਆਂ, ਉਹ ਵਿਚਾਰੇ ਸੰਘਰਸ਼, ਉਹਨਾਂ ਨੂੰ ਲਾਠੀ ਚਾਰਜ ਕਰ ਦਿੱਤਾ ਗਿਆ। ਸੋ ਇਹ ਔਰ ਤੁਸੀਂ ਦੇਖ ਲਓ ਕਿ 3 ਮਹੀਨਿਆਂ ਦੇ ਵਿੱਚ ਭਗਵੰਤ ਮਾਨ ਆਪਣੀ ਸੰਗਰੂਰ ਦੀ ਸੀਟ ਹੀ ਹਾਰ ਗਏ। ਲੋਕ ਨੱਪੇ ਕੁੱਟੇ ਬੈਠੇ ਆ, ਲੋਕਾਂ ਨੇ ਇਹਨਾਂ ਨੂੰ ਕਦੀ ਮਾਫ ਨਹੀਂ ਕਰਨਾ। ਔਰ ਇਹੋ ਜਿਹੀਆਂ ਕੁਝੀਆਂ ਹਰਕਤਾਂ ਜਿਹੜੀਆਂ ਆ, ਮੈਂ ਤਾਂ ਹਰ ਜਿਹੜਾ ਪੰਜਾਬ ਦੇ ਵਿੱਚ ਜਿਹਦੇ ਕੋਲ ਮੀਡੀਆ ਦਾ ਕੋਈ ਵੀ ਜ਼ਿੰਮੇਵਾਰੀ ਆ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀ ਤਕੜੇ ਹੋ ਕੇ ਇਹਨਾਂ ਨੂੰ ਬੇਨਕਾਬ ਕਰ ਦਿਓ। ਇੱਕ ਛੋਟੀਆਂ ਗਲੀਆਂ ਦੇ ਵਿੱਚ ਜਾ ਕੇ ਵੀ ਇਹਨਾਂ ਦਾ ਝੂਠ ਜਿਹੜਾ ਹੈ ਉਹ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ। ਸਾਡੇ ਨਾਲ ਗੱਲਬਾਤ ਕਰਨ ਲਈ ਵੀ ਸਿੱਕੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੈਂ ਆਪ ਜੀ ਦਾ ਇੱਕ ਵਾਰੀ ਫੇਰ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਇਹ ਮੌਕਾ ਮੈਨੂੰ ਦਿੱਤਾ। ਔਰ ਮੈਂ ਆਪ ਜੀ ਦੇ ਮਾਧਿਅਮ ਰਾਹੀਂ, ਰੋਜ਼ਾਨਾ ਪ੍ਰਾਈਮ ਨਿਊਜ਼ ਦੇ ਮਾਧਿਅਮ ਰਾਹੀਂ, ਮੈਂ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਆਉਣ ਵਾਲੇ ਨਵੇਂ ਸਾਲ ਦੀਆਂ ਵੀ ਮੁਬਾਰਕਾਂ ਦਿੰਦਾ। ਔਰ ਆਉਣ ਵਾਲਾ ਸਮਾਂ ਜਿਹੜਾ ਹੈ, ਆਉਣ ਵਾਲਾ ਸਾਲ ਹੈ, ਉਹ ਪਰਮਾਤਮਾ ਕਰੇ ਸਾਰਿਆਂ ਦਾ ਬੜਾ ਚੜ੍ਹਦੀ ਕਲਾ 'ਚ ਆਵੇ। ਧੰਨਵਾਦ ਜੀ। ਸੋ ਇਹ ਸਨ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਖਡੂਰ ਸਾਹਿਬ ਹਲਕੇ ਤੋਂ ਸਰਦਾਰ ਰਮਨਜੀਤ ਸਿੰਘ ਸਿੱਕੀ, ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਆਪਣੇ ਸਰਪੰਚਾਂ ਦੇ ਨਾਲ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਹਲਕੇ ਦੇ ਲੋਕਾਂ ਤੇ ਕਾਂਗਰਸੀ ਵਰਕਰਾਂ ਤੱਕ ਪਹੁੰਚਾਈਆਂ। ਹਰ ਕਵਰੇਜ ਤੁਹਾਡੇ ਤੱਕ ਪਹੁੰਚਾਵਾਂਗੇ, ਬਣੇ ਰਹੋ ਸਾਡੇ ਨਾਲ। ਕੈਮਰਾਮੈਨ ਸ਼ੀਸ਼ ਦੇ ਨਾਲ ਮੈਂ ਦਲਜੀਤ ਸਿੰਘ, ਰੋਜ਼ਾਨਾ ਪ੍ਰਾਈਮ ਨਿਊਜ਼ ਤਰਨਤਾਰਨ।